ਅੱਜ ਦੀ ਕਹਾਣੀ ਹੈ ਵਰਿਆਮ ਸਿੰਘ ਸੰਧੂ ਦੀ ਆਪਣਾ ਆਪਣਾ ਹਿੱਸਾ। ਮੱਝ ਨੂੰ ਬਾਹਰ ਕੱਢ ਕੇ ਖੁਰਲੀ 'ਚ ਤੂੜੀ ਦਾ ਸਟਾਲਰ ਲਾ ਕੇ ਘੁੱਦੂ ਨੇ ਮੱਝ ਦੀਆਂ ਨਾਸਾਂ 'ਚੋਂ ਉੱਡਦੀ ਹਵਾੜ ਨੂੰ ਤੱਕਿਆ ਤੇ ਧਾਰ ਕੱਢਣ ਲਈ ਬਾਲਟੀ ਲਿਆਉਣ ਵਾਸਤੇ ਆਵਾਜ਼ ਦਿੱਤੀ। ਫਿਰ ਮੱਝ ਦੇ ਪਿੰਡੇ 'ਤੇ ਪਾਈ ਗੋਹੇ ਨਾਲ ਲਿਬੜੀ ਪਾਟੀ ਦਰੀ ਨੂੰ ਸੂਤ ਕੀਤਾ ਤੇ ਪਾਲੇ ਨਾਲ ਕੰਬਦੇ ਅੰਗਾਂ ਨੂੰ ਕਾਬੂ 'ਚ ਕਰਨ ਦੀ ਕੋਸ਼ਿਸ਼ ਕਰਦਾ ਧੁੰਦ ਵਿੱਚੋਂ ਦੂਰ ਚੜ੍ਹਦੇ ਸੂਰਜ ਵੱਲ ਵੇਖਣ ਲੱਗਾ। ਪਰ ਧੁੰਦ ਤਾਂ ਸੂਰਜ ਨੂੰ ਇੰਜ ਨੱਪ ਕੇ ਬੈਠੀ ਸੀ ਜਿਵੇਂ ਕੋਈ ਤਕੜਾ ਭਲਵਾਨ ਮਾੜੇ ਭਲਵਾਨ ਦੀ ਗਿੱਚੀ ਤੇ ਗੋਡਾ ਰੱਖੀ ਬੈਠਾ ਹੋਵੇ। ਘੁੱਦੂ ਦਾ ਹੱਥ ਸਹਿਜੇ ਹੀ ਉਹਦੀ ਧੌਣ ਤੇ ਚਲਾ ਗਿਆ। ਕਈ ਸਾਲ ਪਹਿਲਾਂ ਭਲਵਾਨੀ ਕਰਦਿਆਂ ਉਹਨੇ ਆਪਣੇ ਉਸਤਾਦ ਜਿੰਦੇ ਪੱਧਰੀ ਵਾਲੇ ਦੇ ਤੇ ਦੋ ਹੋਰ ਭਲਵਾਨਾਂ ਦੇ ਗੋਡਿਆਂ ਦੀ ਮਾਰ ਜੋ ਖਾਧੀ ਸੀ। ਉਂਝ ਵੀ ਉਹਦੀ ਵਿਸ਼ੇਸ਼ਤਾ ਢਾਉਣ ਨਾਲੋਂ ਜ਼ਿਆਦਾ ਢਹਿਣ ਦੀ ਸੀ। ਇਸੇ ਲਈ ਤਾਂ ਉਹਨਾਂ ਦੇ ਪਿੰਡ ਦੇ ਬਾਬੇ ਝਰਲ ਨੇ ਉਹਨੂੰ ਮਖੌਲ ਨਾਲ ਕਿਹਾ ਸੀ, ਓਏ ਧਰਮਿਆ, ਉਹ ਕਿੱਡਾ ਤੇਰਾ ਸਰੀਰ ਆ, ਜੇ ਰੋਜ਼ ਢਹਿਣ ਦਾ ਹੀ ਕੰਮ ਫੜਨਾ ਸੀ ਤੇ ਇਦੋਂ ਚੰਗਾ ਸੀ ਕੰਜਰਾ ਤੇਰੇ ਸਰੀਰ 'ਚੋਂ ਮੋਛੇ ਕਰਕੇ ਦੋ ਬੰਦੇ ਹੀ ਬਣ ਜਾਂਦੇ। ਇੱਕ ਹਲ ਵਾਇਆ ਕਰਦਾ, ਇੱਕ ਪੱਠੇ ਪਾਉਂਦਾ। ਰੱਬ ਵੀ ਸਾਰੇ ਨੂੰ ਟਕੇ ਦੀ ਅਕਲ ਨਹੀਂ। ਤੇ ਸਾਰੇ ਭਰਾਵਾਂ 'ਚੋਂ ਛੋਟਾ ਧਰਮ ਯਾਨੀ ਘੁੱਦੂ ਹੀ ਰਹਿ ਗਿਆ। ਉਹ ਵੀ ਹੁਣ ਨਾ ਭਲਵਾਨ ਸੀ ਤੇ ਨਾ ਹੀ ਧੌਣ ਤੇ ਕਿਸੇ ਦੇ ਗੋਡੇ ਦਾ ਡਰ। ਪਰ ਫਿਰ ਵੀ ਉਹਨੂੰ ਲੱਗਾ ਉਹਦੀ ਧੌਣ ਵਿੱਚੋਂ ਜਿਵੇਂ ਪੀੜ ਜਿਹੀ ਨਿਕਲਦੀ ਹੋਵੇ। ਉਹਦੀ ਧੌਣ ਤੇ ਇਹ ਗੋਡਾ ਕਿਹਦਾ ਸੀ? ਮੱਝ ਚੋਣ ਲਈ ਭਾੜਾ ਤੇ ਬਾਲਟੀ ਲਈ ਆਉਂਦੀ ਭੈਣ ਬਚਨੋਂ, ਜਿਹੜੀ ਮਾਂ ਦੇ ਮਰਨ ਤੇ ਜਿਸ ਦਿਨ ਦੀ ਸਹੁਰਿਓਂ ਆਈ ਸੀ, ਇੱਥੇ ਹੀ ਸੀ। ਘੁੱਦੂ ਨੂੰ ਬਾਲਟੀ ਫੜਾ ਕੇ ਪੱਠਿਆਂ ਤੇ ਆਟਾ ਧੂੜਨ ਲੱਗੀ। ਘੁੱਦੂ ਮੱਝ ਦੇ ਪਿੰਡੇ ਤੇ ਥਾਪੀ ਮਾਰ ਕੇ ਮੱਝ ਚੋਣ ਬਹਿ ਗਿਆ। ਹੈ ਵੀਰਾ, ਵੇਖੇ ਨਾ, ਦੋਵੇਂ ਵੱਡੇ ਭਾਊ ਆਉਣ ਵਾਲੀ ਆ। ਵੱਡਾ ਭਾਊ ਰਾਤ ਦਾ ਕਰਮਸੋਂ ਕੋਲ ਆ ਗਿਆ ਹੁਣ ਅੱਡੇ ਤੇ। ਵੇਖੇ ਨਾ, ਤੂੰ ਜਿਹੜਾ ਹਿਸਾਬ ਕਿਤਾਬ ਬਣਦਾ ਉਹ ਨਿਬੇੜ ਲਾ। ਵੇਖੇ ਨਾ, ਮਾਂ ਦਾ ਇਕੱਠ ਕਰਨਾ, ਉਹਦੇ ਫੁੱਲ ਵੀ ਹਰਿਦੁਆਰ ਲੈ ਕੇ ਜਾਣਿਆ। ਸਿਆਣਿਆਂ ਆਖਿਆ ਵੀ ਲੇਖਾ ਮਾਵਾਂ ਧੀਆਂ ਦਾ, ਵੇਖੇ ਨਾ, ਨਿਬੜਦਾ ਹੀ ਚੰਗਾ। ਘੁੱਦੂ ਨੂੰ ਬੜੀ ਖਿਝ ਆਈ। ਇਹ ਆ ਗਈ ਵੱਡੀ ਬੇਬੇ ਮੈਨੂੰ ਮਤਾਂ ਦੇਣ ਵਾਲੀ। ਉਹ ਆਪ ਤੋਂ ਛੋਟੀ ਬਚਨੋਂ ਬਾਰੇ ਸੋਚਦਾ ਜ਼ਹਿਰੀ ਥੁੱਕ ਅੰਦਰ ਲੰਘਾ ਗਿਆ। ਕੱਲ ਦੀ ਭੂਤਨੀ। ਬਚਨੋਂ ਬੋਲੀ ਜਾ ਰਹੀ ਸੀ, ਵੇਖੇ ਨਾ, ਮੈਨੂੰ ਪਤਾ ਤੇਰਾ ਹੱਥ ਤੰਗ ਆ, ਪਰ ਇਹ ਕੰਮ ਹੀ ਅਕਸਰ ਕਰਨੇ ਹੀ ਹੋਏ। ਮੈਂ ਤੇ ਵੱਡਿਆਂ ਨੂੰ ਵੀ ਆਖਿਆ ਸੀ, ਤੁਹਾਡਾ ਸਰਦਾ, ਤੁਹਾਡਾ ਹੱਥ ਖੁੱਲ੍ਹਾ, ਕੋਈ ਨਹੀਂ। ਉਹ ਅੱਗੋਂ ਆਂਦੇ ਅਸੀਂ ਖਾਣ ਲਈ ਦਾਣੇ ਹੀ ਖੜਦੇ ਹਾਂ, ਜ਼ਮੀਨ ਵੀ ਤੇ ਮੁਫਤ ਹੀ ਵਾਹੀ ਜਾਂਦਾ। ਵੇਖੇ ਨਾ, ਸਾਰੇ ਤੇਰੇ ਭਾਈਆਂ ਵਰਗੇ ਕਿਵੇਂ ਹੋ ਜਾਣ। ਸਾਰੇ ਮੁਲਕ ਤੇ ਭੈਣਾਂ ਆਪਣਾ ਹਿੱਸਾ ਲਈ ਜਾਂਦੀਆਂ। ਘੁੱਦੂ ਜਿਵੇਂ ਗਲ 'ਚ ਡੱਕਾ ਜਿਹਾ ਦਈ ਬੈਠਾ ਸੀ ਤੇ ਅਖੀਰ ਚੀਕ ਹੀ ਪਿਆ, ਉਹ ਤੂੰ ਵੀ ਲੈ ਜਾ ਤੇ ਉਹ ਵੀ ਲੈ ਜਾਣ। ਜ਼ਮੀਨ ਸਹੁਰੀ ਨੇ ਬੜਾ ਮੈਨੂੰ ਸ਼ਾਹੂਕਾਰ ਬਣਾਤਾ। ਉੱਚੀ ਚੀਕਵੀਂ ਆਵਾਜ਼ ਸੁਣ ਕੇ ਜ਼ੋਰ ਨਾਲ ਥਣ ਨੱਪਿਆ ਜਾਣ ਕਰਕੇ ਮੱਝ ਭੁੜਕ ਪਈ। ਘੁੱਦੂ ਵੀ ਪਰੇ ਜਾ ਡਿੱਗਾ। ਬਚਾਉਂਦਿਆਂ ਵੀ ਥੋੜ੍ਹਾ ਜਿਹਾ ਦੁੱਧ ਡੋਲੀ ਗਿਆ। ਉਹ ਇੱਕਦਮ ਉੱਠਿਆ ਤੇ ਫੌੜਾ ਫੜ ਕੇ ਮੱਝ ਦੇ ਕਾੜ ਵਰ ਪਿਆ। ਵੇਖੇ ਨਾ, ਸਿੱਧਿਆਂ ਨੂੰ ਪੁੱਠਾ ਆਉਂਦਾ। ਬੁੜਬੜਾਉਂਦੀ ਬਚਨੋਂ ਫੂੰ ਕਰਦੀ ਬਾਲਟੀ ਫੜ ਕੇ ਤੁਰ ਪਈ। ਇਹਨੇ ਬੇਜ਼ਬਾਨ ਨੇ ਤੇਰਾ ਕੀ ਵਿਗਾੜਿਆ? ਚੌਂਕੇ 'ਚ ਉੱਠ ਕੇ ਘੁੱਦੂ ਦੀ ਪਤਨੀ ਰਤਨੀ ਵੀ ਚੀਕੀ, ਹੋਰਨਾਂ ਦਾ ਸਾੜ ਵਹਿਮੇ ਵਿਚਾਰੇ ਡੰਗਰਾਂ ਤੇ ਕੱਢਦਾ ਰਹਿਣਾ। ਮੱਝ ਡਰ ਕੇ ਖੁਰਲੀ ਦੇ ਇੱਕ ਬੰਨੇ ਲਾ ਕੇ ਖਲੋ ਗਈ ਤੇ ਡੈਂਬਰੀਆਂ ਜਿਹੀਆਂ ਅੱਖਾਂ ਨਾਲ ਵੇਖਣ ਲੱਗ ਪਈ। ਦੂਰੋਂ ਮੋਟਰਸਾਈਕਲ ਦੀ ਆਵਾਜ਼ ਸੁਣਾਈ ਦਿੱਤੀ। ਘੁੱਦੂ ਡੰਗਰਾਂ ਦੀਆਂ ਖੁਰਲੀਆਂ 'ਚ ਐਵੇਂ ਹੱਥ ਮਾਰਨ ਲੱਗ ਪਿਆ। ਕੁੱਤਿਆਂ ਦੇ ਭੌਂਕਣ ਨਾਲ ਆਵਾਜ਼ ਨੇੜੇ ਆਉਂਦੀ ਗਈ ਤੇ ਥੋੜ੍ਹੀ ਦੇਰ ਬਾਅਦ ਮੋਟਰਸਾਈਕਲ ਉਹਨਾਂ ਦੇ ਦਰਵਾਜ਼ੇ ਅੱਗੇ ਆਣ ਖਲੋਤਾ। ਰਤਨੀ ਨੇ ਸਿਰ ਤੇ ਪੱਲਾ ਲੈਂਦਿਆਂ ਡਿਉੜੀ ਦਾ ਦਰਵਾਜ਼ਾ ਖੋਲ੍ਹਿਆ। ਉਹਦੇ ਦੋਵੇਂ ਜੇਠ ਸਵਰਨ ਸਿੰਘ ਤੇ ਕਰਮ ਸਿੰਘ ਉਹਦੇ ਸਾਹਮਣੇ ਸਨ। ਉਹਨਾਂ ਮੋਟਰਸਾਈਕਲ ਡਿਉੜੀ 'ਚੋਂ ਲੰਘਾ ਕੇ ਕੱਚੇ ਵਿਹੜੇ 'ਚ ਖੜਾ ਕਰ ਦਿੱਤਾ। ਵੱਡੇ ਸਵਰਨ ਸਿੰਘ ਨੇ ਆਪਣੀਆਂ ਅੱਖਾਂ ਤੋਂ ਐਨਕਾਂ ਲਾਹੀਆਂ, ਰੁਮਾਲ ਨਾਲ ਉਹਨਾਂ ਨੂੰ ਸਾਫ਼ ਕੀਤਾ ਤੇ ਫਿਰ ਦਸਤਾਨੇ ਪਹਿਨੇ ਹੱਥਾਂ ਨਾਲ ਓਵਰਕੋਟ ਨੂੰ ਸਿੱਲ ਨੂੰ ਪੂੰਝਦਾ ਡਿਉੜੀ 'ਚ ਪਏ ਆਪਣੇ ਪਿਓ ਬਿਸ਼ਨ ਸਿੰਘ ਦੇ ਬਿਸਤਰੇ ਵੱਲ ਵੱਧ ਗਿਆ। ਛੋਟੇ ਕਰਮ ਸਿੰਘ ਨੇ ਲੋਈ ਦੀ ਬੁੱਕਲ ਤੇ ਤਿੱਲੇ ਵਾਲੀ ਜੁੱਤੀ ਹੇਠਾਂ ਲੱਗਾ ਗੋਹਾ ਉਤਾਰਨ ਲਈ ਪੈਰ ਨੂੰ ਚੌਂਤਰੇ ਦੀ ਵੱਟ ਨਾਲ ਘਸਾਉਂਦਿਆਂ ਬਚਨੋਂ ਵੱਲ ਮੂੰਹ ਕੀਤਾ। ਘੁੱਦੂ ਕਿੱਥੇ ਆ? ਬਚਨੋਂ ਨੇ ਬੁੱਕਲ 'ਚੋਂ ਬਾਂਹ ਕੱਢ ਕੇ ਡੰਗਰਾਂ ਵੱਲ ਇਸ਼ਾਰਾ ਕੀਤਾ, ਜਿੱਥੇ ਮੋਟਰਸਾਈਕਲ ਦੇ ਖੜਾਕ ਨਾਲ ਕਿੱਲਾ ਪਟਾ ਗਏ ਵਹਿੜਕੇ ਨੂੰ ਘੁੱਦੂ ਫੜਦਾ ਪਿਆ ਸੀ। ਉਹ ਆ ਭਈ ਭਲਵਾਨਾ, ਰਤਾ ਮਸ਼ਵਰਾ ਕਰ ਲਈਏ। ਭਾਜੀ ਹੋਰਾਂ ਤੋਂ ਰੋਜ਼ ਆਇਆ ਨਹੀਂ ਜਾਂਦਾ, ਮੈਨੂੰ ਵੀ 100 ਕੰਮ ਰਹਿੰਦੇ ਆ। ਨਾਲੇ ਬੁਰੜੀ ਦੇ ਫੁੱਲ ਜੇ ਤੂੰ ਜਾਣਾ ਤਾਂ ਸਹੀ,
ਜੇ ਮੈਂ ਜਾਣਾ ਤਾਂ ਸਹੀ, ਗੰਗਾ ਪਾ ਆਈਏ। ਆਉਣਾ ਆਉਣਾ, ਘੁੱਦੂ ਨੇ ਬੇਪਰਵਾਹੀ ਜੀ ਨਾਲ ਜਵਾਬ ਦਿੱਤਾ ਤੇ ਪੁੱਟੇ ਹੋਏ ਕਿੱਲੇ ਨਾਲ ਬੱਝਾ ਵਹਿੜਕੇ ਦਾ ਰੱਸਾ ਖੋਲ੍ਹਣ ਲੱਗ ਪਿਆ ਤੇ ਨਾਲ ਹੀ ਆਪਣੇ ਮੁੰਡੇ ਨੂੰ ਕਹਿਣ ਲੱਗਾ, ਉਹ ਕਾਕੂ, ਉਹ ਮੰਜਾ ਕੱਢ ਕੇ ਬਾਪੂ ਆਪਦੇ ਕੋਲ ਡਿਉੜੀ 'ਚ ਡਾਹ ਦੇ। ਇਸ ਤੋਂ ਪਹਿਲਾਂ ਕਿ ਕਾਕੂ ਮੰਜਾ ਲਿਆਉਂਦਾ, ਬੁੱਢੇ ਬਿਸ਼ਨ ਸਿੰਘ ਨੇ ਕਿਹਾ, ਕਾਕੂ ਕੁਰਸੀ ਲੈ ਆ। ਤੇ ਉਹ ਸਿੱਧਾ ਹੋ ਕੇ ਇੱਕ ਪਾਸੇ ਨੂੰ ਖਿਸਕ ਕੇ ਬੈਠ ਗਿਆ ਤੇ ਸਵਰਨ ਸਿੰਘ ਲਈ ਉਹਨਾਂ ਚਿਰ ਬੈਠਣ ਲਈ ਮੰਜੀ ਤੇ ਥਾਂ ਖਾਲੀ ਕਰ ਦਿੱਤੀ। ਪਰ ਸਵਰਨ ਸਿੰਘ ਪੱਗ ਦਾ ਪੱਲਾ ਠੀਕ ਕਰਦਾ ਮੰਜੀ ਲਾਗੇ ਦਾੜੀ ਪਲੋਸਣ ਲੱਗਾ। ਸਵਰਨ ਸਿੰਘ ਤਿੰਨਾਂ ਭਰਾਵਾਂ 'ਚੋਂ ਸਭ ਤੋਂ ਵੱਡਾ ਤੇ ਪੜ੍ਹਿਆ ਲਿਖਿਆ ਸੀ। ਆਪਣੀ ਹਿੰਮਤ ਨਾਲ ਪੜ੍ਹ ਕੇ ਉਹ ਓਵਰਸੀਅਰ ਲੱਗ ਗਿਆ ਸੀ ਤੇ ਚੰਗੀ ਕਮਾਈ ਕਰਦਾ ਸੀ। ਉਹ ਸ਼ਹਿਰ ਹੀ ਕੋਠੀ ਪਾ ਕੇ ਰਹਿੰਦਾ ਸੀ। ਇੱਕੋ ਇੱਕ ਧੀ ਤੇ ਉਹ ਵੀ ਚੰਗੇ ਘਰ ਵਿਆਹੀ ਸੀ। ਦੋਵੇਂ ਮੁੰਡੇ ਵੀ ਚੰਗੀਆਂ ਨੌਕਰੀਆਂ ਤੇ ਲੱਗੇ ਸਨ। ਚੰਗੇ ਤੇ ਵੱਡੇ ਲੋਕਾਂ ਨਾਲ ਉਹਦਾ ਸੰਪਰਕ ਸੀ, ਲੈਣ ਦੇਣ ਸੀ ਤੇ ਮਿਲਵਰਤਨ ਸੀ। ਉਹਦਾ ਇੱਕ ਆਪਣੇ ਵਿਸ਼ੇਸ਼ ਦਾਇਰਾ ਬਣ ਚੁੱਕਾ ਸੀ। ਪਿੰਡ ਉਹਦਾ ਆਉਣ ਨੂੰ ਘੱਟ ਹੀ ਜੀ ਕਰਦਾ ਸੀ। ਜਿਹੜੀ 2-2.5 ਕਿੱਲੇ ਜ਼ਮੀਨ ਉਹਦੇ ਹਿੱਸੇ ਆਉਂਦੀ ਸੀ, ਉਹ ਘੁੱਦੂ ਹੀ ਵਾਹੁੰਦਾ ਸੀ ਤੇ ਉਹ ਬਾਕੌਲ ਉਸ ਦੇ ਖਾਣ ਲਈ ਸਾਲ ਦੇ ਦਾਣੇ ਹੀ ਖੜਦਾ ਸੀ। ਆਪਣੇ ਅੰਗਾਂ ਸਾਕਾਂ ਤੇ ਯਾਰਾਂ ਦੋਸਤਾਂ 'ਚ ਵੀ ਉਹ ਇਹੋ ਹੀ ਕਹਿੰਦਾ ਸੀ ਕਿ ਉਹਨੇ ਜ਼ਮੀਨ ਘੁੱਦੂ ਨੂੰ ਮੁਫਤੀ ਦਿੱਤੀ ਹੈ। ਕਾਕੂ ਕੁਰਸੀ ਲੈ ਆਇਆ। ਲੋਹੇ ਦੀ ਇੱਕੋ ਇੱਕ ਕੁਰਸੀ ਬੜੇ ਸਾਲਾਂ ਤੋਂ ਉਹਨਾਂ ਦੇ ਘਰ ਸੀ। ਪੁੱਤ, ਕੁਰਸੀ 'ਤੇ ਕੱਪੜਾ ਫੇਰ ਲਾ ਜਰਾ। ਬੁੱਢੇ ਬਿਸ਼ਨ ਸਿੰਘ ਨੇ ਆਪਣੀ ਉੱਡੇ ਰੰਗ ਵਾਲੀ ਖੱਦਰ ਦੇ ਅਮਰੇ ਦੀ ਰਜਾਈ ਨੂੰ ਠੀਕ ਕੀਤਾ ਤੇ ਆਪਣੇ ਕੇਸਾਂ ਦੀ ਜਟੂਰੀ ਜੀ ਕਰਕੇ ਕੰਬਦੇ ਹੱਥਾਂ ਨਾਲ ਮੈਲੀ ਪੱਗ ਸਿਰ 'ਤੇ ਲਪੇਟਣ ਲੱਗਾ। ਬਿਸ਼ਨ ਸਿੰਘ ਜਦੋਂ ਵੀ ਸਵਰਨ ਸਿੰਘ ਦੇ ਸਾਹਮਣੇ ਹੁੰਦਾ ਸੀ, ਉਹਦੀ ਅਵਸਥਾ ਇੰਝ ਹੀ ਹੁੰਦੀ ਸੀ ਜਿਵੇਂ ਕੋਈ ਜੱਟ ਤਹਿਸੀਲਦਾਰ ਦੇ ਸਾਹਮਣੇ ਖੜਾ ਹੋਵੇ। ਉਹ ਉਹਨੂੰ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਲੱਗਦਾ ਸੀ, ਜਿਹੜੀ ਡਾਢੀ ਸਾਫ਼, ਵਧੀਆ ਤੇ ਚੀਕਣੀ ਸੀ, ਜਿਹਦੇ ਖਬਰੇ ਗੁੱਡੀਆਂ ਦੇ ਬਾਵੇ ਬਣਦੇ ਹੋਣ। ਸਵਰਨ ਦੇ ਰਹਿਣ ਸਹਿਣ ਤੇ ਉਹਦੀ ਪੋਚਾ ਪਾਚੀ ਦੇ ਸਾਹਮਣੇ ਉਹ ਆਪਣੇ ਆਪ ਨੂੰ ਡਾਢਾ ਖੁਰਦਰਾ ਜਿਹਾ ਮਹਿਸੂਸ ਕਰਦਾ ਸੀ। ਇਸ ਲਈ ਸ਼ਹਿਰ ਜਾ ਕੇ ਉਹ ਕਦੀ ਵੀ ਸਵਰਨ ਦੇ ਘਰ ਦੇ ਕੂਲੇ ਜਿਹੇ ਮਾਹੌਲ 'ਚ ਬਹੁਤੀ ਦੇਰ ਨਹੀਂ ਸੀ ਰਹਿੰਦਾ। ਉਹਨੂੰ ਲੱਗਦਾ ਸੀ ਜਿਵੇਂ ਉਹਦੇ ਪੈਰ ਉਹਦੇ ਘਰ 'ਚ ਠੀਕ ਤਰ੍ਹਾਂ ਉੱਠ ਨਹੀਂ ਰਹੇ। ਉਹਦੀ ਨੂੰਹ ਤੇ ਪੋਤੇ ਪੋਤੀਆਂ ਜਿਵੇਂ ਉਹਨੂੰ ਘੂਰ-ਘੂਰ ਵੇਖਦੇ ਹੋਣ। ਉਹਨੂੰ ਲੱਗਦਾ ਜਿਵੇਂ ਕੋਈ ਮਿੱਟੀ ਦੇ ਘੁਰਨਿਆਂ 'ਚ ਖੇਡਦੇ ਸਹੇ ਨੂੰ ਸੰਗਮਰਮਰ ਦੀ ਗੁਫਾ 'ਚ ਛੱਡ ਆਇਆ ਹੋਵੇ। ਕਾਕੂ ਨੇ ਕੁਰਸੀ ਸਾਫ਼ ਕਰ ਦਿੱਤੀ। ਬਿਸ਼ਨ ਸਿੰਘ ਸਵਰਨ ਸਿੰਘ ਨੂੰ ਇੱਕ ਵਚਨ ਜਾਂ ਬਹੁ ਵਚਨ 'ਚ ਸੰਬੋਧਨ ਕਰਨ ਦੀ ਦੋ ਚਿੱਤੀ 'ਚ ਸੀ ਕਿ ਸਵਰਨ ਕੁਰਸੀ ਤੇ ਬਹਿ ਗਿਆ। ਕਰਮ ਸਿੰਘ ਆਪ ਹੀ ਮੰਜਾ ਚੁੱਕ ਕੇ ਡਿਉੜੀ 'ਚ ਲੈ ਕੇ ਆ ਗਿਆ। ਉਹ ਘੁੱਦੂ ਤੋਂ 2 ਸਾਲ ਵੱਡਾ ਸੀ। ਪੜ੍ਹਾਈ ਵੱਲੋਂ ਲਾਪਰਵਾਹ ਤੇ ਸ਼ਰਾਰਤਾਂ 'ਚ ਨੰਬਰ 1। ਉਹ ਸੰਤੀ ਮਹਿਰੀ ਦੇ ਬਾਲਣ 'ਚ ਬਸਤਾ ਲੁਕਾ ਕੇ ਹਾਣੀਆਂ ਨਾਲ ਖਿੱਦੋ ਖੁੰਡੀ ਖੇਡਣ ਨਿਕਲ ਜਾਂਦਾ ਸੀ ਤੇ ਛੁੱਟੀ ਹੋਣ ਸਮੇਂ ਬਸਤਾ ਚੁੱਕ ਕੇ ਘਰ ਆਣ ਵੜਦਾ। ਛੋਟਾ ਹੋਣ ਕਰਕੇ ਘੁੱਦੂ ਉਹਦੇ ਨਾਲ ਹੀ ਰਹਿੰਦਾ। ਇਕੱਠੇ ਹੀ ਉਹ ਸਕੂਲ ਗਏ, ਇਕੱਠੇ ਹੀ ਪੜ੍ਹਾਈ ਛੱਡ ਕੇ ਘਰ ਦੇ ਕੰਮ 'ਚ ਪਿਓ ਦੀ ਮਦਦ ਕਰਨ ਲੱਗੇ। ਜਵਾਨੀ ਚੜ੍ਹਦਿਆਂ ਹੀ ਕਰਮਾ ਤਾਂ ਪਾਂਡੀ ਬਣ ਕੇ ਸਮਗਲਿੰਗ ਦਾ ਮਾਲ ਢੋਣ ਲੱਗ ਪਿਆ ਤੇ ਘੁੱਦੂ ਜਿਸਮ ਦਾ ਤਾਜ਼ਾ ਤੇ ਹੱਡਾਂ ਪੈਰਾਂ ਦਾ ਖੁੱਲ੍ਹਾ ਹੋਣ ਕਰਕੇ ਭਲਵਾਨੀ ਕਰਨ ਲੱਗ ਪਿਆ। ਕਰਮੇ ਦਾ ਪਾਂਡੀ ਹੋਣਾ ਤੇ ਸੁਕਾਰਥੇ ਆਇਆ। ਹੌਲੀ ਹੌਲੀ ਉਹਨੇ ਬਲੈਕ ਦੇ ਮਾਲ 'ਚ ਆਪਣਾ ਹਿੱਸਾ ਪੱਤੀ ਰੱਖਣਾ ਸ਼ੁਰੂ ਕਰ ਦਿੱਤਾ। ਅੱਜ ਹੋਰ ਕੱਲ੍ਹ ਹੋਰ, ਤੇ ਕਰਮਾ ਵੀ ਲਾਗਲੇ ਕਸਬੇ ਦੇ ਚੌਂਕ 'ਚ ਆਪਣਾ ਮਕਾਨ ਬਣਾ ਕੇ ਠਾਠ ਨਾਲ ਰਹਿਣ ਲੱਗਾ। ਡੇਅਰੀ ਤੇ ਮੁਰਗੀਖਾਨਾ ਖੋਲ੍ਹ ਰੱਖਿਆ ਸੀ। ਉਹਦੇ ਘਰ ਪੂਰੀ ਲਹਿਰ ਬਹਿਰ ਸੀ ਤੇ ਭਲਵਾਨੀ ਕਰਦਾ ਕਰਦਾ ਧਰਮ ਸਿੰਘ ਘੁੱਦੂ ਦਾ ਘੁੱਦੂ ਹੀ ਰਹਿ ਗਿਆ। ਪਿਓ ਵਾਲੀ ਹਲ ਤੇ ਜੰਗੀ ਉਹਦੇ ਹੱਥ ਆ ਗਈ। ਬਾਬੇ ਝਰਲ ਨੇ ਭਾਵੇਂ ਮਖੌਲ 'ਚ ਹੀ ਉਹਦੇ 2 ਬੰਦੇ ਬਣ ਜਾਣ, ਇੱਕ ਹਲ ਵਾਹੁਣ ਤੇ ਦੂਜੇ ਦੇ ਪੱਠੇ ਲਿਆਉਣ ਦੀ ਗੱਲ ਕੀਤੀ ਸੀ, ਪਰ ਘੁੱਦੂ ਸੱਚੀ ਵਾਹੀ 'ਚ ਦੂਣੇ ਜ਼ੋਰ ਨਾਲ ਲੱਗ ਪਿਆ ਸੀ। ਉਹ ਆਪਣੇ ਨਾਲੋਂ ਤੇਜ਼ ਦੌੜਨ ਦਾ ਬਹੁਤ ਯਤਨ ਕਰਦਾ, ਪਰ ਸੁਪਨੇ 'ਚ ਡਰ ਕੇ ਭੱਜਣ ਵਾਲਿਆਂ ਵਾਂਗ ਉਹਦਾ ਹਰ ਚੁੱਕਿਆ ਹੋਇਆ ਪੈਰ ਅੱਗੇ ਧਰ ਜਾਣ ਦਾ ਨਾਂ ਹੀ ਨਾ ਲੈਂਦਾ, ਜਿਵੇਂ ਕੋਈ ਗੈਬੀ ਸ਼ਕਤੀ ਉਹਦੇ ਲੱਕ ਨੂੰ ਜੱਫਾ ਮਾਰ ਕੇ ਪਿਛਾਂਹ ਖਿੱਚ ਲਿਜਾਂਦੀ ਹੋਵੇ। ਵਹਿੜਕੇ ਦਾ ਕਿੱਲਾ ਗੱਡਦਿਆਂ ਘੁੱਦੂ ਜਿਉਂ ਹੀ ਕਿੱਲੇ ਨੂੰ ਸੱਟ ਮਾਰ ਰਿਹਾ ਸੀ, ਉਹਨੂੰ ਲੱਗ ਰਿਹਾ ਸੀ ਜਿਵੇਂ ਇਹ ਸੱਟ ਉਹਦੇ ਆਪਣੇ ਸਿਰ 'ਚ ਵੱਜਦੀ ਹੋਵੇ। ਉਹ ਹਰ ਸੱਟ ਨਾਲ ਹੀ ਧਰਤੀ ਦੇ ਅੰਦਰ ਧੱਸਦਾ ਜਾ ਰਿਹਾ ਸੀ। ਮਨ ਹੀ ਮਨ ਉਹ ਦੋਵਾਂ ਭਰਾਵਾਂ ਬਾਰੇ ਸੋਚ ਕੇ ਝੁੰਝਲਾ ਉੱਠਿਆ ਤੇ ਤੀਜੀ ਭੈਣ ਬਚਨੋਂ। ਵੱਡੇ ਤੇ ਉਹਨੂੰ ਖਿਝ ਵੀ ਸੀ ਕਿ ਉਹ ਅੰਗਾਂ ਸਾਕਾਂ ਦੇ ਸਾਹਮਣੇ ਉਹਨੂੰ ਯਤੀਮ ਜਿਹਾ ਬਣਾ ਕੇ ਪੇਸ਼ ਕਰਦਾ ਸੀ। ਦਾਣੇ ਲਿਜਾ ਕੇ ਵੀ ਜ਼ਮੀਨ ਬਾਰੇ ਇੰਜ ਕਹਿੰਦਾ ਸੀ ਜਿਵੇਂ ਘੁੱਦੂ ਨੂੰ ਦਾਨ ਦਿੱਤੀ ਹੋਵੇ। ਜ਼ਮੀਨ ਘੁੱਦੂ ਤੋਂ ਛੱਡੀ ਨਹੀਂ ਸੀ ਜਾਂਦੀ, ਜਾਂ ਛੱਡਿਆਂ ਉਹਦਾ ਗੁਜ਼ਾਰਾ ਨਹੀਂ ਸੀ ਹੁੰਦਾ, ਪਰ ਇੱਦਾਂ ਮੁਫਤ ਦੇ ਅਹਿਸਾਨ ਹੇਠਾਂ ਉਹਦੇ ਤੋਂ ਦੱਬਿਆ ਵੀ ਨਹੀਂ ਸੀ ਜਾਂਦਾ। ਤੇ ਕਰਮ ਸਿੰਘ ਤਾਂ ਬਰਾਬਰ ਦਾ ਹਿੱਸਾ ਵੀ ਵੰਡ ਕੇ ਲੈ ਜਾਂਦਾ ਸੀ, ਪਰ ਇਹ ਵੀ ਇਤਰਾਜ਼ ਕਰਦਾ ਸੀ ਕਿ ਘੁੱਦੂ ਦੇ ਹੱਥਾਂ 'ਚ ਬਰਕਤ ਨਹੀਂ।
ਉਹਨੂੰ ਹਿੱਸੇ 'ਚੋਂ ਕੁਝ ਨਹੀਂ ਬਚਦਾ। ਅਜੇ ਕੱਲ੍ਹ ਮਾਂ ਦੇ ਫੁੱਲ ਚੁਗਦਿਆਂ ਉਹ ਆਪਣੇ ਭਣੋਈਏ ਨੂੰ ਕਹਿ ਰਿਹਾ ਸੀ, ਭਾਈਆ ਐਤਕੀ ਮੇਰੀ ਸਲਾਹ ਆ, ਪਿੰਡ ਵਾਲੀ 2 ਕਿੱਲੇ ਆਪ ਹੀ ਟਰੈਕਟਰ ਨਾਲ ਵਾਹ ਕੇ ਮੱਝਾਂ ਲਈ ਪੱਠੇ ਬੀਜ ਲਵਾਂ। ਇਹ ਤੋਂ ਤਾਂ ਬਚਦਾ ਬੁਚਦਾ ਕੁਛ ਨਹੀਂ। ਮਾੜੀ ਗੱਲ ਨਹੀਂ, ਚੰਗਾ ਹੀ ਰਹੇਗਾ ਸਗੋਂ। ਬਚਨੋਂ ਦੇ ਘਰ ਵਾਲਾ ਬੋਲਿਆ। ਘੁੱਦੂ ਨੂੰ ਪਤਾ ਸੀ ਵੀ ਉਹ ਉਹਨੂੰ ਸੁਣਾ ਕੇ ਗੱਲ ਕਰ ਰਿਹਾ। ਉਹ ਅੰਦਰੋਂ ਅੰਦਰ ਭਰਿਆ ਪੀਤਾ ਬੈਠਾ ਸੀ, ਬੋਲਿਆ ਕੁਝ ਨਹੀਂ। ਆਪ ਤਾਂ ਉਹ ਗੱਲ ਕਰਨੋਂ ਝਿਜਕਦਾ ਸੀ। ਲਾ ਪਾ ਕੇ ਵਿਚਲਾ ਬੰਦਾ ਭੈਣ ਭਣਵਈਆ ਸੀ ਜਾਂ ਪਿਓ, ਜਿਨ੍ਹਾਂ ਨੂੰ ਆਪਣਾ ਦੁੱਖ ਸੁੱਖ ਦੱਸ ਸਕਦਾ ਸੀ, ਉਹਨਾਂ ਦੀ ਮਦਦ ਮੰਗ ਸਕਦਾ ਸੀ। ਪਰ ਭਣਵਈਆ ਤਾਂ ਉਹਦੇ ਸਾਹਮਣੇ ਕਰਮ ਸਿੰਘ ਨੂੰ ਜ਼ਮੀਨ ਛੁਡਾ ਲੈਣ ਲਈ ਕਹਿ ਰਿਹਾ ਸੀ, ਤੇ ਭੈਣ ਬਚਨੋਂ ਨੇ ਤਾਂ ਉਹਦੀ ਮਦਦ ਕਰਨੀ ਕੀ ਸੀ। ਘੁੱਦੂ ਬਚਨੋਂ ਤੇ ਅੰਦਰੋਂ ਅੰਦਰ ਹੀ ਪੁੱਜਿਆ ਰਹਿੰਦਾ ਸੀ। ਉਸ ਦਿਨ ਮਾਂ ਦਾ ਸੰਸਕਾਰ ਕਰਨ ਤੋਂ ਪਹਿਲਾਂ ਇਸ਼ਨਾਨ ਕਰਾਉਣ ਵੇਲੇ ਮਾਂ ਦੇ ਕੰਨਾਂ 'ਚ ਪਈਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਵਿਚਕਾਰਲੀ ਭਰਜਾਈ ਨੂੰ ਫੜਾ ਦਿੱਤੀਆਂ ਸੀ ਉਹਨੇ। ਉਹ ਜਿਵੇਂ ਵਾਲੀਆਂ ਤੇ ਲੱਤ ਫੇਰਦੀ ਰਹੀ ਹੋਵੇ। ਇੱਕ ਪਲ ਉਹਨੂੰ ਮਾਂ ਤੇ ਖਿਝ ਵੀ ਆਈ, ਪਰ ਫਿਰ ਮਾਂ ਦਾ ਝੁਰੜੀਆਂ ਨਾਲ ਭਰਿਆ ਚਿਹਰਾ ਤੇ ਡੂੰਘੀਆਂ ਚਮਕਦੀਆਂ ਅੱਖਾਂ ਯਾਦ ਆਉਣ ਤੇ ਉਹ ਮਾਂ ਦੇ ਪਿਆਰ 'ਚ ਭਿੱਜ ਗਿਆ। ਇੱਕੋ ਮਾਂ ਹੀ ਸੀ ਜਿਹਨੇ ਉਹਨੂੰ ਅੰਤਾਂ ਦਾ ਪਿਆਰ ਕੀਤਾ ਸੀ, ਸਦਾ ਉਹਦੇ ਹੱਕ 'ਚ ਡਟ ਕੇ ਬੋਲੀ ਸੀ। ਜਿਹੜੀ ਗੱਲ, ਜਿਹੜੀ ਭਾਸ਼ਾ 'ਚ ਜਿੰਨੇ ਜ਼ੋਰ ਨਾਲ ਉਹ ਕਹਿਣਾ ਚਾਹੁੰਦਾ ਸੀ, ਉਹਦੀ ਮਾਂ ਉਹ ਗੱਲ ਉਹਦੇ ਤੋਂ ਜ਼ਿਆਦਾ ਜ਼ੋਰਦਾਰ ਅੰਦਾਜ਼ 'ਚ ਕਹਿੰਦੀ ਸੀ। ਉਹੋ ਹੀ ਸੀ ਜਿਹੜੀ ਘੁੱਦੂ ਬਾਰੇ ਕਹਿੰਦੀ ਸੀ, ਇਹ ਤਾਂ ਮੇਰਾ ਲੁੱਲੜ ਪੋਤਾ, ਭੋਲਾ ਭਾਲਾ, ਸ਼ਿਵਾ ਵਰਗਾ, ਤੁਸੀਂ ਤਾਂ ਸਾਰੇ ਹੀ ਕਾਂਟੇ ਹੋ। ਘੁੱਦੂ ਨੂੰ ਅਫਸੋਸ ਸੀ ਕਿ ਉਹ ਮਰਦੀ ਹੋਈ ਮਾਂ ਦੇ ਕੋਲ ਨਹੀਂ ਸੀ। ਸਾਰੀ ਉਮਰ ਮਾਂ ਉਹਦੇ ਕੋਲ ਰਹੀ, ਪਰ ਮਰਨ ਸਮੇਂ ਉਹਦੇ ਕੋਲੋਂ ਚਲੀ ਗਈ। 2 ਮਹੀਨੇ ਹੋਏ, ਉਹਨੂੰ ਅਚਾਨਕ ਬੁੱਲਾ ਵੱਜ ਗਿਆ ਤੇ ਪਾਸਾ ਮਾਰਿਆ ਗਿਆ। ਸਵਰਨ ਸਿੰਘ ਮਾਂ ਦਾ ਪਤਾ ਕਰਨ ਆਇਆ ਤਾਂ ਉਹ ਮਾਂ ਦੇ ਵਰਜਦਿਆਂ ਵੀ ਉਹਨੂੰ ਆਪਣੇ ਨਾਲ ਸ਼ਹਿਰ ਲੈ ਗਿਆ ਤਾਂ ਕਿ ਉਹਨੂੰ ਵੱਡੇ ਹਸਪਤਾਲ ਦਾਖਲ ਕਰਵਾ ਕੇ ਇਲਾਜ ਕਰਵਾ ਸਕੇ। ਲਗਭਗ 1.5 ਮਹੀਨਾ ਇਲਾਜ ਚੱਲਦਾ ਰਿਹਾ, ਪਰ ਬੁਰੜਾ ਤੇ ਕਮਜ਼ੋਰ ਸਰੀਰ ਬਿਮਾਰੀ ਦੀ ਮਾਰ ਕਿੰਨੀ ਕੁ ਝੱਲ ਸਕਦਾ ਸੀ। ਤੇ ਰਹਿ ਗਿਆ ਸੀ ਬਾਕੀ ਬੁੱਢਾ ਬਿਸ਼ਨ ਸਿੰਘ, ਜਿਹੜਾ ਉਸ ਦੀਆਂ ਔਖਿਆਈਆਂ ਨੂੰ ਸਮਝਦਾ ਸੀ। ਉਸ ਦੀ ਤੰਗੀ ਜਿਸ ਦੀ ਆਪਣੀ ਤੰਗੀ ਸੀ। ਉਸਨੇ ਆਪ 'ਚ ਸਾਰੀ ਉਮਰ ਕਿਸਾਨ ਦੀ ਜੂਨ ਭੋਗੀ ਸੀ, ਪਰ ਉਹ ਵਿਚਾਰਾ ਇੰਨਾ ਨਿਰਮਾਣ ਤੇ ਦੱਬੂ ਜੱਟ ਸੀ ਕਿ ਇੰਜ ਕਹਿ ਲਈਏ ਕਿ ਉਹਦੇ ਵੱਡੇ ਪੁੱਤਾਂ ਦੇ ਪੈਸੇ ਦਾ ਜਬਾ ਉਹਦੇ ਤੇ ਕੁਝ ਇੰਜ ਬੈਠਾ ਸੀ ਕਿ ਉਹ ਬਾਸਰ ਵੀ ਕੋਈ ਗੱਲ ਉਹਨਾਂ ਨੂੰ ਕਹਿ ਨਹੀਂ ਸੀ ਸਕਦਾ। ਓਏ ਆ ਮਾਂ ਦਿਆ ਸ਼ਿਵ ਜੀ, ਇੱਥੇ ਕਿੱਲੇ ਨੂੰ ਠੱਕ ਠੱਕ ਕਰੀ ਜਾਣਾ, ਅਸੀਂ ਕੋਈ ਹੋਰ ਕੰਮ ਹੀ ਕਰਨਾ। ਕਰਮ ਸਿੰਘ ਨੇ ਘੁੱਦੂ ਨੂੰ ਆਵਾਜ਼ ਮਾਰੀ। ਘੁੱਦੂ ਮਿੱਟੀ ਨਾਲ ਲਿਬੜੇ ਤਿਬੜੇ ਹੱਥ ਤੇੜਦੀ ਚਾਦਰ ਨਾਲ ਪੂੰਝਦਾ ਆਣ ਖਲੋਤਾ। ਬਹਿ ਜਾ। ਕਰਮ ਸਿੰਘ ਨੇ ਘੁੱਦੂ ਨੂੰ ਮੰਜੇ ਤੇ ਬੈਠਣ ਦਾ ਇਸ਼ਾਰਾ ਕੀਤਾ। ਬਚਨੋਂ ਵੀ ਬੁੱਕਲ ਸਵਾਰਦੀ ਪਿਓ ਦੀ ਪਵਾਂਦੀ ਆ ਬੈਠੀ। ਬਜ਼ੁਰਗਾ, ਭਾਜੀ ਰਾਤੀ ਮੇਰੇ ਕੋਲ ਆ ਗਏ ਸੀ, ਅਸੀਂ ਤਾਂ ਤੁਹਾਡੇ ਨਾਲ ਮਸ਼ਵਰਾ ਹੀ ਕਰਨ ਆਏ ਹਾਂ। ਕਰੋ ਭਈ ਮਸ਼ਵਰਾ, ਜਿਹੜਾ ਕਰਨਾ। ਕੀ ਗੱਲ ਆ? ਬਿਸ਼ਨ ਸਿੰਘ ਨੇ ਹੌਲੀ ਜਿਹੀ ਦਾੜੀ ਖੁਰਕੀ। ਵੇਖ, ਸਲਾਹ ਨਾਲ ਰਲ ਕੇ ਆਪੋ ਵਿੱਚ ਜਿਹੜੀ ਆਪਾਂ ਗੱਲ ਕਰਾਂਗੇ ਉਹਦੇ ਨਾਲ ਦੀ ਰੀਸ ਨਹੀਂ। ਕਰਮ ਸਿੰਘ ਇੱਕ ਪਲ ਰੁਕਿਆ ਤੇ ਸਾਰਿਆਂ ਦੇ ਚਿਹਰੇ ਵੱਲ ਤੱਕਿਆ, ਫਿਰ ਖੰਗੂਰਾ ਜਿਹਾ ਮਾਰ ਕੇ ਬੋਲਿਆ, ਗੱਲ ਤਾਂ ਇਹ ਹੈ ਵੀ ਮਾਂ ਦਾ ਇਕੱਠ ਕਰਨਾ ਗੱਜ ਵੱਜ ਕੇ, ਸਾਰੇ ਅੰਗ ਸਾਗ ਸੱਦਣੇ ਆ। ਬੋੜੀ ਕਰਮ ਵਾਲੀ ਸੀ, ਦੋਤਿਆਂ ਪੋਤਿਆਂ ਵਾਲੀ ਸੀ, ਉਮਰ ਭੋਗ ਕੇ ਗਈ ਆ, ਆਪਾਂ ਉਹਨੂੰ ਵੱਡਿਆਂ ਕਰਨਾ ਹੈ। ਕੀ ਸਲਾਹ ਆ? ਪੁੱਤ, ਮੇਰੀ ਸਲਾਹ ਕੀ ਹੋਣੀ ਆ, ਪਰ ਸਾਡੇ ਵਰਗੇ ਛੋਟੇ ਬੰਦਿਆਂ ਨੂੰ ਕਾਹਦਾ ਵੱਡਾ ਕਰਨਾ ਹੋਇਆ? ਬਿਸ਼ਨ ਸਿੰਘ ਦੀ ਟੁੱਟਵੀਂ ਜੀ ਆਵਾਜ਼ ਸੀ। ਮੈਂ ਵੀ ਕਰਮ ਸਿੰਘ ਨੂੰ ਕਿਹਾ ਕਿ ਇਹ ਫਜ਼ੂਲ ਖਰਚੀ ਹੈ, ਪਰ ਇਹ ਮੰਨਦਾ ਨਹੀਂ। ਸਵਰਨ ਸਿੰਘ ਨੇ ਰਾਏ ਦਿੱਤੀ। ਉਹ ਭਾਜੀ, ਭਾਈਚਾਰਾ ਕੀ ਆਖੂ, ਚੰਗੇ ਭਲੇ ਪੁੱਤ ਕਮਾਉਂਦੇ ਆ, ਪੈਸੇ ਵਾਲੇ ਆ, ਕੀ ਮਰੀ ਪੈ ਗਈ? ਤੁਹਾਡੇ ਪੜ੍ਹਿਆਂ ਲਿਖਿਆਂ ਨੂੰ ਹੀ ਹੋਊ ਫਜ਼ੂਲ ਖਰਚੀ, ਨਾਲੇ ਤੁਹਾਨੂੰ ਕੀ, ਤੁਸੀਂ ਤੇ ਸ਼ਹਿਰ ਰਹਿਣਾ, ਇੱਥੇ ਮਿਹਣੇ ਤੇ ਸਾਨੂੰ ਵੱਜਣੇ ਆ ਨਾ। ਕਰਮ ਸਿੰਘ ਅਜੇ ਬੋਲ ਹੀ ਰਿਹਾ ਸੀ ਕਿ ਬਚਨੋਂ ਉਹਦੀ ਗੱਲ ਟੁੱਕ ਕੇ ਵਿੱਚੋਂ ਹੀ ਬੋਲਣ ਲੱਗੀ। ਆਹੋ ਆਹੋ, ਨਹੀਂ ਭਾਜੀ, ਤੁਸੀਂ ਵੀ ਇਹੋ ਜਿਹੀਆਂ ਗੱਲਾਂ ਕਰਦੇ ਹੋ। ਬਚਨੋਂ ਸਵਰਨ ਸਿੰਘ ਨੂੰ ਤਿੱਖੀ ਹੋ ਕੇ ਪਈ। ਭਾਊ ਕਰਮ ਸਿੰਘ ਠੀਕ ਆਂਦਾ? ਉਧਰ ਮੇਰੇ ਸਹੁਰੇ ਦੀ ਤਿਆਰੀਆਂ ਵੀ ਕੱਸੀ ਬੈਠੇ ਹੋਣੇ ਆ, ਮੈਨੂੰ ਦਰਾਣੀਆਂ ਜਠਾਣੀਆਂ ਛਿੱਬੀਆਂ ਦੇ ਦੇ ਕੇ ਮਾਰ ਛੱਡਣਾ ਨਹੀਂ ਤੇ। ਵੇਖੇ ਨਾ, ਘੁੱਦੂ ਨੂੰ ਪਤਾ ਸੀ ਬਿਸ਼ਨ ਸਿੰਘ ਦੇ ਰਾਹੀਂ ਗੱਲ ਉਹਦੇ ਨਾਲ ਹੋ ਰਹੀ ਸੀ। ਉਹਦਾ ਜੀ ਕੀਤਾ ਬਚਨੋਂ ਦੇ ਵੱਟ ਕੇ ਚਪੇੜ ਮਾਰੇ। ਸਵਰਨ ਸਿੰਘ ਠੀਕ ਹੀ ਕਹਿ ਰਿਹਾ ਸੀ ਕਿ ਫਜ਼ੂਲ ਖਰਚੀ ਹੈ। ਘੁੱਦੂ ਨੂੰ ਆਪਣਾ ਘਰ ਦਿਸ ਰਿਹਾ ਸੀ।
ਵੇਖੋ ਭਾਈ, ਮੈਂ ਪਿੱਛੇ ਨਹੀਂ ਹਟਦਾ, ਜਿੰਨਾ ਖਰਚ ਮੇਰੇ ਹਿੱਸੇ ਆਉਂਦਾ ਦੱਸ ਦਿਓ, ਸਵਰਨ ਸਿੰਘ ਬੋਲਿਆ। ਘੁੱਦੂ ਨੂੰ ਆਸ ਸੀ ਕਿ ਸਵਰਨ ਸਿੰਘ ਇਹਦੇ ਵਿਰੋਧ 'ਚ ਡਟੇਗਾ, ਪਰ ਉਹਦੇ ਸਹਾਰੇ ਦੀ ਲੱਜ ਛੇਤੀ ਉਹਦਾ ਸਾਥ ਛੱਡ ਗਈ। ਉਹ ਧੁਖ ਰਿਹਾ ਸੀ, ਉਹਦੇ ਅੰਦਰ ਹੀ ਅੰਦਰ ਧੂੰਆਂ ਇਕੱਠਾ ਹੋ ਰਿਹਾ ਸੀ। 5-7 ਹਜ਼ਾਰ ਤਾਂ ਸਹਿਜੇ ਹੀ ਲੱਗ ਜੂ, ਨਾਲੇ ਭਾਜੀ ਹੋਣੀ ਕਹਿੰਦੇ ਆ 2700 ਰੁਪਈਏ ਮਾਂ ਦੀ ਬਿਮਾਰੀ ਤੇ ਇਹਨਾਂ ਦਾ ਖਰਚ ਆਇਆ, ਆਪਾਂ ਤੇ ਇਹਨਾਂ ਨੂੰ 900 ਆਉਂਦਾ। ਕਰਮ ਸਿੰਘ ਨੇ ਸਾਰੇ ਖਰਚ ਦਾ ਵਿਸਥਾਰ ਵੀ ਦੱਸ ਦਿੱਤਾ। ਮਾਂ ਦੀ ਬਿਮਾਰੀ ਦਾ ਖਰਚ ਵੰਡੇ ਜਾਣ ਦੀ ਗੱਲ ਸੁਣ ਘੁੱਦੂ ਨੂੰ ਧੱਕਾ ਲੱਗਾ। ਉਹ ਦੰਦਾਂ 'ਚ ਬੁੱਲ੍ਹ ਟੁੱਕਣ ਲੱਗਾ। ਉਹਨੂੰ ਸੁੱਝ ਨਹੀਂ ਰਿਹਾ ਸੀ ਕਿ ਉਹ ਕਰੇ ਤੇ ਕਰੇ ਕੀ, ਕਹੇ ਤੇ ਕਹੇ ਕੀ। ਮਾਂ ਦੀ ਬਿਮਾਰੀ ਤੇ ਖਰਚ ਕਰਤਾ, ਫਿਰ ਕੀ ਹੈ? ਇੰਨੇ ਵਿਚਾਰੇ ਨੇ ਸਾਰੀ ਉਮਰ ਉਹਨੂੰ ਰੋਟੀ ਵੀ ਦਿੱਤੀ ਹੈ। ਬਿਸ਼ਨ ਸਿੰਘ ਨੇ ਹਿੰਮਤ ਕਰਕੇ ਗੱਲ ਕਹਿ ਹੀ ਦਿੱਤੀ। ਲੈ ਵੇਖੇ ਨਾ ਬਾਪੂ, ਆ ਰਹੇ ਨਹੀਂ ਠੀਕ, ਜੇ ਇਹਨੇ ਰੋਟੀ ਖਵਾਈ ਹੈ ਤੇ ਸਾਰੀ ਉਮਰ ਗੁਲਾਮੀ ਵੀ ਤਾਂ ਕੀਤੀ ਨਾ ਉਹਨੇ ਇਹਦੀ, ਇਹਦੇ ਨਿਆਣੇ ਸਾਂਭੇ ਆ। ਬਚਨੋਂ ਬੁੱਕਲ 'ਚੋਂ ਹੱਥ ਕੱਢ ਕੇ ਪੰਜਾ ਹਿਲਾ ਹਿਲਾ ਕੇ ਗੱਲਾਂ ਕਰ ਰਹੀ ਸੀ। ਵੇਖੋ ਨਾ, ਮਾਂ ਪਿਓ ਦੇ ਹਿੱਸੇ ਦੀ ਜਾਇਦਾਦ ਵੀ ਤੇ ਇਹੋ ਹੀ ਖਾਂਦਾ। ਉਹ ਤੂੰ ਚੁੱਪ ਵੀ ਕਰ, ਵੱਡੀ ਵਕੀਲਣੀ। ਘੁੱਦੂ ਚਮਕ ਪਿਆ, ਉਹਦੀਆਂ ਨਾਸਾਂ ਫਰਕ ਰਹੀਆਂ ਸਨ। ਇੰਨੀ ਠੰਡ 'ਚ ਵੀ ਉਹਦਾ ਮੱਥਾ ਭਖਣ ਲੱਗਾ। ਲੈ ਮੈਂ ਨਹੀਂ ਬਹਿੰਦੀ, ਇਹਨੂੰ ਤਾਂ ਮੈਂ ਜ਼ਹਿਰ ਲੱਗਦੀ ਆ, ਨਿਰੀ ਜ਼ਹਿਰ। ਲੈ ਮੈਂ ਨਹੀਂ ਬਹਿੰਦੀ, ਮੈਂ ਚੱਲੀ। ਤੇ ਬਚਨੋਂ ਹੱਥ ਮਾਰਦੀ ਉਬਲਦੀ ਹੋਈ ਤੁਰ ਪਈ। ਮਾਹੌਲ ਤਣਾਅ ਵਾਲਾ ਬਣ ਚੁੱਕਾ ਸੀ। ਵੇਖੇ ਨਾ, ਮੇਰਾ ਵੀ ਸਹਿ ਜ਼ਮੀਨ 'ਚ, ਤੂੰ ਬਹੁਤਾ ਆਇਆ, ਵਕੀਲ ਨਹੀਂ ਦੱਸਦਾ ਮੈਨੂੰ। ਉਹ ਚਲੋ ਛੱਡੋ ਹੁਣ, ਬਾਕੀ ਗੱਲਾਂ ਫੇਰ ਕਰ ਲਾਂਗੇ, ਸ਼ਾਂਤ ਹੋ। ਤੇ ਕਰਮ ਸਿੰਘ ਨੇ ਐਤਕੀ ਸਿੱਧਾ ਘੁੱਦੂ ਨੂੰ ਸੰਬੋਧਨ ਕਰਦਿਆਂ ਕਿਹਾ, ਭਾਜੀ ਕੋਲ ਟਾਈਮ ਹੈ ਨਹੀਂ, ਬੁੜੀ ਦੇ ਫੁੱਲ ਵੀ ਦੱਸ, ਤੂੰ ਗੰਗਾ ਲੈ ਕੇ ਜਾਣਿਆ ਕਿ ਮੈਂ ਜਾਵਾਂ? 2 ਮਿੰਟ ਘੁੱਦੂ ਚੁੱਪ ਕਰਕੇ ਬੈਠਾ ਰਿਹਾ। ਉਹਦੇ ਅੰਦਰ ਅਨੇਕਾਂ ਤਰ੍ਹਾਂ ਦੇ ਵਿਚਾਰ ਇੱਕ ਦੂਸਰੇ ਨੂੰ ਲਤਾੜਦੇ, ਕੱਟਦੇ, ਵੱਢਦੇ ਭੱਜੇ ਆ ਰਹੇ ਸਨ। ਪਲ ਭਰ ਲਈ ਬਾਹਰਲੀ ਧੁੰਦ ਜਿਵੇਂ ਉਹਦੇ ਅੰਦਰ ਪਸਰ ਗਈ ਹੋਵੇ। ਉਹ ਸੁੰਨ ਹੋਇਆ ਗੁੰਮਸੁੰਮ ਬੈਠਾ ਰਿਹਾ, ਤੇ ਫਿਰ ਜਿਵੇਂ ਉਹਦਾ ਧੁੱਖ ਦਾ ਅੰਦਰ ਮੱਚ ਪਿਆ ਹੋਵੇ। ਉਹ ਇੱਕਦਮ ਉੱਠ ਕੇ ਖੜੋ ਗਿਆ। ਵੇਖੋ ਜੀ, ਤੁਹਾਡੇ ਤੋਂ ਕੋਈ ਗੁੱਝੀ ਛਿਪੀ ਗੱਲ ਨਹੀਂ, ਆਪਾਂ ਮਾੜੇ ਹਾਂ, ਆਪਣੇ ਤੋਂ ਅਜੇ ਆ ਗੰਗਾ ਗੁੰਗਾ ਨਹੀਂ ਜਾ ਹੋਣਾ। ਉਹ ਪਲ ਭਰ ਲਈ ਰੁਕਿਆ, ਸੰਗ 'ਚ ਰੁਕਿਆ, ਥੁੱਕ ਅੰਦਰ ਲੰਘਾ ਕੇ ਫਿਰ ਬੋਲਿਆ, ਜੇ ਬਹੁਤੀ ਗੱਲ ਹੈ ਨਾ ਤੇ ਬੁਰੜੀ ਦੇ ਫੁੱਲ ਤੁਸੀਂ ਗੰਗਾ ਪਾਓ। ਆ ਬੁੱਢਾ ਬੈਠਾ ਜਿਉਂਦਾ ਜਾਗਦਾ, ਇਹਦੇ ਆਪੇ ਮੈਂ ਇਕੱਲਾ ਹੀ ਪਾਉਂਗਾ ਗੰਗਾ। ਤਿੰਨੇ ਪਿਓ ਪੁੱਤ ਹੈਰਾਨ ਹੋ ਕੇ ਉਹਦੇ ਮੂੰਹ ਵੱਲ ਵੇਖਣ ਲੱਗੇ। ਸੱਚੀ ਗੱਲ ਆ, ਅਜੇ ਮੇਰੇ 'ਚ ਪੁੱਜਤ ਹੈ ਨਹੀਂ। ਜੇ ਸੌਦਾ ਤੁਹਾਨੂੰ ਮਨਜ਼ੂਰ ਨਹੀਂ ਨਾ ਸਰਦਾਰ ਜੀ, ਤੇ ਉਹ ਕਿੱਲੀ ਜੇ ਮੇਰੇ ਤੀਜੇ ਹਿੱਸੇ ਦੇ ਫੁੱਲ ਉੱਥੇ ਟੰਗ ਦਿਓ। ਜਦੋਂ ਮੇਰੀ ਪਹੁੰਚ ਹੋ ਗਈ, ਮੈਂ ਆਪੇ ਜਾ ਕੇ ਫੁੱਲ ਪਾ ਆਊਂ ਗੰਗਾ। ਘੁੱਦਾ ਆਪਣੇ ਆਪ ਨੂੰ ਸਮੇਟਦਾ ਅੰਦਰ ਨੂੰ ਤੁਰ ਪਿਆ, ਤੇ ਬੁੱਢਾ ਬਿਸ਼ਨ ਸਿੰਘ ਆਪਣੀਆਂ ਅੱਖਾਂ ਦੇ ਕੋਇਆਂ 'ਚ ਭਰੇ ਪਾਣੀ ਨਾਲ ਘੁੱਦੇ ਨੂੰ ਜਾਂਦਿਆਂ ਵੇਖ ਰਿਹਾ ਸੀ। ਸ਼ਾਇਦ ਉਹ ਸੋਚਦਾ ਹੋਵੇ ਕਿ ਅੱਜ ਪੁੱਤਾਂ ਨੇ ਮਾਂ ਦੀਆਂ ਅਸਥੀਆਂ 'ਚੋਂ ਵੀ ਆਪਣਾ ਆਪਣਾ ਹਿੱਸਾ ਵੰਡ ਲਿਆ।